ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈ-ਫਾਈ ਸਟੱਡੀ ਦੇ ਉੱਪਰ। ਆਪਾਂ ਇਸ ਚੈਨਲ ਉੱਪਰ ETT ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਹਾਂਜੀ, ਆਪਾਂ ਅੱਜ ਨਿਊ ਚੈਪਟਰ ਸਟਾਰਟ ਕਰਨਾ ਹੈ ਜਿਸ ਦਾ ਨਾਮ ਹੈਗਾ ਸਾਊਂਡ, ਯਾਨੀ ਕਿ ਧੁਨੀ। ਠੀਕ ਹੈ, ਸਾਊਂਡ ਧੁਨੀ ਆਵਾਜ਼ਾਂ ਜਿਹੜੀਆਂ ਆਪਾਂ ਚਾਰੇ ਪਾਸੇ ਸੁਣਦੇ ਹਾਂ ਉਹ ਕਿਵੇਂ ਹੁੰਦੀਆਂ ਅਤੇ ਆਪਾਂ ਨੂੰ ਕਿਵੇਂ ਸੁਣਾਈ ਦਿੰਦੀਆਂ, ਉਸ ਬਾਰੇ ਆਪਾਂ ਅੱਜ ਇਸ ਚੈਪਟਰ ਦੇ ਵਿੱਚ ਪੜ੍ਹਾਂਗੇ। ਦੇਖੋ, ਕਹਿੰਦੇ ਅਸੀਂ ਰੋਜ਼ਾਨਾ ਆਪਣੀ ਲਾਈਫ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਜਿਹੜੀਆਂ ਸੁਣਦੇ ਹਾਂ, ਜਿਵੇਂ ਕਿ ਮਨੁੱਖਾਂ ਦੀਆਂ, ਪੰਛੀਆਂ ਦੀਆਂ, ਘੰਟੀਆਂ, ਮਸ਼ੀਨਾਂ, ਗੱਡੀਆਂ, ਟੈਲੀਵਿਜ਼ਨ, ਰੇਡੀਓ, ਇਹ ਸਾਰਿਆਂ ਕੀ ਹੈ ਧੁਨੀ ਪੈਦਾ ਕਰਦੇ ਆ। ਠੀਕ ਹੈ, ਸਭ ਦੀਆਂ ਆਵਾਜ਼ਾਂ ਆਪਾਂ ਨੂੰ ਸੁਣਾਈਆਂ ਦਿੰਦੀਆਂ ਨੇ। ਸੁਣਾਈ ਦਿੰਦੀਆਂ ਕਿਵੇਂ ਨੇ ਕਿ ਧੁਨੀ ਊਰਜਾ ਦਾ ਇੱਕ ਰੂਪ ਹੈ ਜੋ ਸਾਡੇ ਕੰਨਾਂ ਦੇ ਰਾਹੀਂ ਆਪਾਂ ਅਨੁਭਵ ਕਰਦੇ ਹਾਂ। ਠੀਕ ਹੈ, ਜਿਵੇਂ ਕਿ ਬਾਕੀ ਦੀਆਂ ਊਰਜਾ ਹੁੰਦੀਆਂ ਨੇ ਜਿਹਨਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ, ਇਸੇ ਤਰ੍ਹਾਂ ਨਾਲ ਹੀ ਧੁਨੀ ਵੀ ਇੱਕ ਊਰਜਾ ਹੈਗੀ ਜਿਹਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ। ਊਰਜਾ ਦੇ ਹੋਰ ਰੂਪਾਂ ਤੋਂ ਭਾਵ ਜਿਸ ਤਰ੍ਹਾਂ ਜਾਂਤਰਿਕ ਊਰਜਾ, ਤਾਪ ਊਰਜਾ, ਪ੍ਰਕਾਸ਼ ਊਰਜਾ, ਜਿਹਨੂੰ ਆਪਾਂ ਦੇਖ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਉਸੇ ਤਰ੍ਹਾਂ ਨਾਲ ਇਹ ਵੀ ਕੀ ਹੈ, ਇੱਕ ਊਰਜਾ। ਠੀਕ ਹੈ, ਊਰਜਾ ਵਾਲੇ ਚੈਪਟਰ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਊਰਜਾ ਦਾ ਇੱਕ ਨਿਯਮ ਹੁੰਦਾ ਹੈ ਕਿ ਊਰਜਾ ਸੁਰੱਖਿਅਤ ਨਿਯਮ ਆਪਾਂ ਪੜ੍ਹਦੇ ਹਾਂ ਕਿ ਊਰਜਾ ਜਿਹੜੀ ਉਹ ਨਾ ਤਾਂ ਕਦੇ ਆਪਾਂ ਖ਼ਤਮ ਕਰ ਸਕਦੇ ਹਾਂ ਅਤੇ ਨਾ ਹੀ ਕਦੇ ਬਣਾ ਸਕਦੇ ਹਾਂ। ਇਹ ਕੀ ਹੈ, ਊਰਜਾ ਸੁਰੱਖਿਅਤ ਨਿਯਮ ਹੁੰਦਾ ਹੈ ਕਿ ਆਪਾਂ ਨਾ ਤਾਂ ਊਰਜਾ ਬਣਾ ਸਕਦੇ ਹਾਂ ਅਤੇ ਨਾ ਹੀ ਊਰਜਾ ਨੂੰ ਖ਼ਤਮ ਕਰ ਸਕਦੇ ਹਾਂ। ਠੀਕ ਹੈ, ਫਿਰ ਆਪਾਂ ਕਰ ਕੀ ਸਕਦੇ ਹਾਂ, ਆਪਾਂ ਊਰਜਾ ਨੂੰ ਇੱਕ ਰੂਪ ਤੋਂ ਦੂਸਰੇ ਰੂਪ ਦੇ ਵਿੱਚ ਕੀ ਹੈ ਬਦਲ ਸਕਦੇ ਹਾਂ। ਠੀਕ ਹੈ, ਇਹੀ ਕੀ ਹੈ ਊਰਜਾ ਦਾ ਸੁਰੱਖਿਅਤ ਨਿਯਮ ਹੈ। ਜਿਵੇਂ ਫੋਰ ਐਗਜ਼ਾਮਪਲ ਆਪਾਂ ਨੇ ਕੀ ਹੈ, ਜਿਵੇਂ ਆਪਾਂ ਤਾੜੀ ਮਾਰੀ, ਠੀਕ ਹੈ, ਤਾੜੀ ਮਾਰਨ 'ਤੇ ਆਪਾਂ ਨੂੰ ਕੀ ਸੁਣਾਈ ਦਿੱਤੀ, ਆਵਾਜ਼ ਸੁਣਾਈ ਦਿੱਤੀ, ਧੁਨੀ ਪੈਦਾ ਹੋਈ। ਤਾਂ ਆਪਾਂ ਨੂੰ ਤਾੜੀ ਮਾਰਨ ਵਾਸਤੇ ਕੋਈ ਊਰਜਾ ਲਾਉਣੀ ਪਈ, ਐਨਰਜੀ ਲਾਉਣੀ ਪਈ, ਆਪਣੀ ਮਸਲਸ ਦੀ ਐਨਰਜੀ ਲਾਉਣੀ ਪਈ ਅਤੇ ਉਹੀ ਐਨਰਜੀ ਕਿਹਦੇ ਵਿੱਚ ਬਦਲ ਗਈ, ਧੁਨੀ ਦੇ ਵਿੱਚ ਬਦਲ ਗਈ। ਠੀਕ ਹੈ, ਇਹੀ ਕੀ ਹੈ ਧੁਨੀ ਚੈਪਟਰ ਦਾ ਬੇਸਿਕ ਆਪਣਾ ਕਿ ਆਪਾਂ ਨੂੰ ਕਿਉਂ ਪੜ੍ਹਨਾ ਚਾਹੀਦਾ ਅਤੇ ਕਿੱਥੇ ਕਿੱਥੇ ਆਪਾਂ ਇਹਨੂੰ ਵਰਤ ਰਹੇ ਹਾਂਗੇ। ਜਿਵੇਂ ਕਿ ਦੇਖੋ, ਇਹ ਆਪਣੇ ਕੋਲ ਦਿਖਾਇਆ ਹੋਇਆ ਆਪਾਂ ਨੂੰ ਕਿ ਆਪਣਾ ਜਿਹੜਾ ਕੰਨ ਹੈਗਾ ਕਿਸ ਤਰ੍ਹਾਂ ਦੀਆਂ ਆਵਾਜ਼ਾਂ, ਵੱਖਰੀਆਂ ਵੱਖਰੀਆਂ ਆਵਾਜ਼ਾਂ ਆਪਣੇ ਆਲੇ ਦੁਆਲੇ ਸੁਣਦਾ, ਕਿ ਕੋਈ ਮਸ਼ੀਨ ਚੱਲ ਰਹੀ ਹੈ, ਕੋਈ ਮਿਊਜ਼ੀਕਲ ਇੰਸਟਰੂਮੈਂਟ ਚੱਲ ਰਿਹਾ ਹੈ, ਪੰਛੀ ਬੋਲ ਰਹੇ ਨੇ, ਠੀਕ ਹੈ, ਪਸ਼ੂ ਬੋਲ ਰਹੇ ਨੇ, ਜਾਂ ਕੋਈ ਵੀ ਆਪਾਂ ਨੂੰ ਆਵਾਜ਼ ਦੇ ਰਿਹਾ ਤਾਂ ਉਹ ਸਾਰੀਆਂ ਆਵਾਜ਼ਾਂ ਇੱਕ ਧੁਨੀ ਦੇ ਰੂਪ ਵਿੱਚ ਆਪਣੇ ਕੰਨ ਦੇ ਰਾਹੀਂ ਆਪਾਂ ਨੂੰ ਸੁਣਾਈ ਦਿੰਦੀਆਂ ਨੇ। ਠੀਕ ਹੈ, ਦੇਖੋ ਹੁਣ ਆਪਾਂ ਦੇਖਦੇ ਹਾਂ ਕਿ ਧੁਨੀਆਂ ਜਿਹੜੀ ਉਹਦਾ ਉਤਪਾਦਨ ਹੁੰਦਾ ਕਿਵੇਂ ਆ, ਧੁਨੀਆਂ ਜਿਹੜੀ ਪ੍ਰੋਡਕਸ਼ਨ ਉਹਦੀ ਕਿਵੇਂ ਹੋ ਰਹੀ ਹੈਗੀ, ਕਿਵੇਂ ਪੈਦਾ ਹੁੰਦੀ ਹੈ। ਜਿਸ ਤਰ੍ਹਾਂ ਕਿ ਆਪਾਂ ਕੋਈ ਵੀ ਐਗਜ਼ਾਮਪਲ ਲੈ ਲਓ ਕਿ ਆਪਾਂ ਮਿਊਜ਼ੀਕਲ ਇੰਸਟਰੂਮੈਂਟ ਚਲਾ ਰਹੇ ਹਾਂ, ਠੀਕ ਹੈ, ਆਪਾਂ ਉਹਦੀ ਤਾਰ ਖਿੱਚ ਲਈਏ ਜਾਂ ਕਿ ਕਿਸੇ ਚੀਜ਼ ਦੇ ਵਿੱਚ ਆਪਾਂ ਫੂਕ ਮਾਰੀਏ, ਠੀਕ ਹੈ, ਉਹਦੇ ਅੰਦਰਲਾ ਕੀ ਹੈ, ਜਿਸ ਤਰ੍ਹਾਂ ਆਪਾਂ ਗੁਬਾਰਾ ਭਰਦੇ ਹਾਂ ਉਹਦੇ ਵਿੱਚ ਕੰਪਨ ਪੈਦਾ ਹੋ ਜੇ। ਠੀਕ ਹੈ, ਤਾਂ ਜਿਵੇਂ ਆਪਾਂ ਕੀ ਹੈ, ਮੰਨ ਲਓ ਕੋਈ ਬਰਤਨ ਲਿਆ ਆਪਾਂ ਨੇ, ਉਹਦੇ 'ਤੇ ਕੀ ਚਮਚ ਜਾਂ ਕਿਸੇ ਚੀਜ਼ ਨਾਲ ਉਹਦੇ 'ਤੇ ਖੜਕਾ ਕੀਤਾ ਆਪਾਂ ਨੇ, ਠੀਕ ਹੈ, ਤਾਂ ਕੀ ਪੈਦਾ ਹੋਊਗੀ, ਆਪਣੇ ਕੋਲ ਧੁਨੀ ਪੈਦਾ ਹੋਊਗੀ। ਇਹਦਾ ਮਤਲਬ ਆਪਾਂ ਨੂੰ ਇਹ ਪਤਾ ਚੱਲ ਗਿਆ ਕਿ ਧੁਨੀ ਕਦੋਂ ਪੈਦਾ ਹੁੰਦੀ ਹੈ, ਜਦੋਂ ਵੀ ਕੋਈ ਵਸਤੂ ਹੈ ਜਿਹੜੀ ਕੰਪਨ ਕਰਦੀ ਹੈ। ਕੰਪਨ ਮਤਲਬ ਕਿ ਵਾਈਬ੍ਰੇਸ਼ਨਸ ਹੁੰਦੀਆਂ ਨੇ। ਠੀਕ ਹੈ, ਜਦੋਂ ਵੀ ਕੋਈ ਚੀਜ਼ ਕੰਪਨ ਕਰਦੀ ਹੈ ਮਤਲਬ ਕੀ ਪੈਦਾ ਹੋਊਗਾ, ਧੁਨੀ ਪੈਦਾ ਹੋਊਗੀ। ਠੀਕ ਹੈ, ਕੰਪਨ ਕੀ ਚੀਜ਼ ਹੁੰਦੀ ਹੈ, ਕੰਪਨ ਹੁੰਦਾ ਹੈ ਕਿ ਜਦੋਂ ਕੋਈ ਚੀਜ਼ ਤੇਜ਼ੀ ਦੇ ਨਾਲ ਇੱਧਰ ਉੱਧਰ ਗਤੀ ਕਰੇ, ਜਿਸ ਤਰ੍ਹਾਂ ਕਿ ਪੈਂਡੂਲਮ ਇਸ ਤਰ੍ਹਾਂ ਗਤੀ ਕਰ ਰਿਹਾ। ਠੀਕ ਹੈ, ਤੇਜ਼ੀ ਦੇ ਨਾਲ ਮਤਲਬ ਕਿ ਐਵੇਂ ਐਵੇਂ ਗਤੀ ਕਰੂਗੀ ਜਦੋਂ ਕੋਈ ਚੀਜ਼, ਤਾਂ ਉਹਦੇ ਵਿੱਚ ਕੀ ਹੋ ਜਾਊਗਾ, ਕੰਪਨ ਪੈਦਾ ਹੋ ਜਾਊਗਾ। ਠੀਕ ਹੈ, ਇਸੇ ਤਰ੍ਹਾਂ ਨਾਲ ਜਿਵੇਂ ਹੁਣ ਆਪਾਂ ਬੋਲਦੇ ਹਾਂ, ਆਪਣੀ ਆਵਾਜ਼ ਕਿਵੇਂ ਪੈਦਾ ਹੁੰਦੀ ਆ, ਜਿਵੇਂ ਆਪਣੇ ਗਲੇ ਦੇ ਵਿੱਚ ਕੀ ਨੇ, ਕੰਠ ਤੰਤੂ ਹੁੰਦੇ ਆ, ਜਦੋਂ ਉਹ ਕੰਬਦੇ ਆ ਆਪਾਂ ਕਿਵੇਂ ਮਹਿਸੂਸ ਕਰ ਸਕਦੇ ਹਾਂ, ਜਦੋਂ ਵੀ ਤੁਸੀਂ ਬੋਲਦੇ ਹੋ ਆਪਣੇ ਗਲੇ ਦੇ ਉੱਪਰ ਹੱਥ ਰੱਖ ਕੇ ਦੇਖੋ ਤਾਂ ਤੁਹਾਨੂੰ ਮਹਿਸੂਸ ਹੋਊਗਾ ਕਿ ਕੋਈ ਚੀਜ਼ ਆ ਜਿਹੜੀ ਕੰਬ ਰਹੀ ਹੈ, ਕੰਪਨ ਪੈਦਾ ਹੋ ਰਿਹਾ ਗਲੇ ਦੇ ਵਿੱਚ, ਜਿਹਦੇ ਕਰਕੇ ਕਿ ਆਪਣੀ ਆਵਾਜ਼ ਆ ਜਿਹੜੀ ਸੁਣਾਈ ਦਿੰਦੀ ਹੈ। ਇਸੇ ਤਰ੍ਹਾਂ ਨਾਲ ਜਦੋਂ ਕੀ ਹੈ, ਮੰਨ ਲਓ ਆਪਣੇ ਕੋਲੇ ਮੱਛਰ ਭਿਣ ਭਿਣਾ ਰਿਹਾ ਤਾਂ ਆਪਾਂ ਨੂੰ ਮੱਛਰ ਦੀ ਕੀ ਧੁਨੀ ਸੁਣਾਈ ਦਿੰਦੀ ਹੈ ਇੱਕ। ਠੀਕ ਹੈ, ਕਾਹਦੇ ਕਰਕੇ, ਕਿਉਂਕਿ ਉਹਦੇ ਜਿਹੜੇ ਪੰਖ ਹੁੰਦੇ ਆ, ਖੰਭ ਹੁੰਦੇ ਆ, ਉਹ ਕੀ ਬਹੁਤ ਤੇਜ਼ ਗਤੀ ਨਾਲ ਫੜਫੜਾ ਰਹੇ ਆ। ਉਹਦੀ ਇੰਨੀ ਜ਼ਿਆਦਾ ਤੇਜ਼ ਗਤੀ ਹੋਣ ਦੇ ਕਾਰਨ ਹੀ ਆਪਾਂ ਨੂੰ ਕੀ ਹੈ, ਖੰਭਾਂ ਦੇ ਫੜਫੜਾਉਣ ਦੇ ਕਾਰਨ ਹੀ ਆਪਾਂ ਨੂੰ ਧੁਨੀ ਸੁਣਾਈ ਦਿੰਦੀ ਹੈ, ਜਿਹੜੀ ਕਿ ਭੀਂ ਭੀਂ ਦੀ ਧੁਨੀ ਆਪਾਂ ਨੂੰ ਸੁਣਾਈ ਦੇ ਰਹੀ ਹੈ। ਠੀਕ ਹੈ ਜੀ, ਇਸ ਤਰ੍ਹਾਂ ਨਾਲ ਜਿਹੜਾ ਸਾਊਂਡ ਪ੍ਰੋਡਿਊਸ ਹੁੰਦਾ ਜਦੋਂ ਕੋਈ ਚੀਜ਼ ਕੰਬਦੀ ਆ। ਅਗਲਾ ਆਪਣੇ ਕੋਲ ਹੈਗਾ ਧੁਨੀ ਦਾ ਸੰਚਾਰ, ਕਿ ਧੁਨੀ ਆ ਜਿਹੜੀ ਉਹ ਆਪਾਂ ਨੂੰ ਸੁਣਦੀ ਕਿਵੇਂ ਆ, ਉਹਦਾ ਸੰਚਾਰ ਕਿਵੇਂ ਹੁੰਦਾ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਪਹੁੰਚਦੀ ਕਿਵੇਂ ਆ। ਠੀਕ ਹੈ, ਹੁਣ ਆਪਾਂ ਨੂੰ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਵੀ ਜਿਹੜੀਆਂ ਵੀ ਵਸਤੂਆਂ ਕੰਪਨ ਕਰਦੀਆਂ ਨੇ ਉਹ ਕੀ ਕਰਦੀਆਂ ਨੇ, ਧੁਨੀ ਪੈਦਾ ਕਰਦੀਆਂ ਨੇ, ਜਿਹੜੀਆਂ ਵਸਤੂਆਂ ਕੰਪਨ ਕਰਨਗੀਆਂ। ਠੀਕ ਹੈ, ਜਿਹੜਾ ਕੰਪਨ ਹੈਗਾ ਜਾਂ ਜਿਹੜਾ ਸੰਚਾਰ ਹੈ ਧੁਨੀ ਦਾ, ਉਹ ਕਿਸੇ ਵੀ ਚੀਜ਼ ਦੇ ਵਿੱਚੋਂ ਦੀ ਹੋ ਸਕਦਾ। ਠੀਕ ਹੈ, ਉਹਨੂੰ ਕੀ ਮੀਡੀਅਮ ਚਾਹੀਦਾ, ਕੋਈ ਚੀਜ਼ ਚਾਹੀਦੀ ਜਿਹਦੇ ਵਿੱਚੋਂ ਦੀ ਜਿਹੜੀ ਉਹ ਧੁਨੀਆਂ ਪਾਸ ਕਰ ਸਕੇ। ਠੀਕ ਹੈ, ਆਪਾਂ ਨੇ ਮਾਦਾ ਪਦਾਰਥ ਪੜ੍ਹਿਆ ਸੀ, ਮਾਦਾ ਮੈਟਰ 3 ਤਰ੍ਹਾਂ ਦਾ ਹੁੰਦਾ, ਠੋਸ, ਤਰਲ, ਗੈਸ। ਤਾਂ ਜਿਹੜਾ ਵੀ ਆਪਣਾ ਮੀਡੀਅਮ ਹੈ ਜਿਹਦੇ ਵਿੱਚੋਂ ਦੀ ਕੰਪਨ ਕਰਕੇ ਧੁਨੀ ਨੇ ਜਾਣਾ ਹੈ, ਉਹ ਠੋਸ ਵੀ ਹੋ ਸਕਦਾ ਹੈ, ਤਰਲ ਵੀ ਹੋ ਸਕਦਾ ਹੈ, ਗੈਸ ਵੀ ਹੋ ਸਕਦਾ। ਠੀਕ ਹੈ, ਜਿਹੜੀ ਆਪਣੇ ਕੋਲ ਧੁਨੀ ਪਹੁੰਚੂਗੀ
ਠੀਕ ਹੈ। ਉਹਨੂੰ ਆਪਾਂ ਨੂੰ ਸੁਣ ਕੇ ਪਤਾ ਚੱਲ ਜੂਗਾ ਕਿ ਉਹ ਕਿਹੜੇ ਮੀਡੀਅਮ ਦੇ ਰਾਹੀਂ, ਕਿਹੜੇ ਮਾਧਿਅਮ ਰਾਹੀਂ ਆਪਣੇ ਤੱਕ ਪਹੁੰਚੀ ਹੈ। ਠੀਕ ਹੈ। ਬਿਨਾਂ ਮਾਧਿਅਮ ਤੋਂ ਕਦੇ ਵੀ ਜਿਹੜੀ ਧੁਨੀ ਹੈ ਉਹ ਪੈਦਾ ਨਹੀਂ ਹੁੰਦੀ। ਇਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਕਿ ਕਦੇ ਵੀ ਜਿਹੜੀ ਧੁਨੀ ਆ ਬਿਨਾਂ ਕਿਸੇ ਮੀਡੀਅਮ ਤੋਂ, ਬਿਨਾਂ ਕਿਸੇ ਮਾਧਿਅਮ ਤੋਂ ਪੈਦਾ ਨਹੀਂ ਹੁੰਦੀ। ਦੇਖੋ ਕਹਿੰਦਾ ਜਦੋਂ ਕੰਪਨ ਕਰਦੀ ਆ ਕੋਈ ਵੀ ਵਸਤੂ, ਆਪਾਂ ਨੂੰ ਪਤਾ ਕਿ ਆਪਣੇ ਚਾਰੋਂ ਤਰਫ ਆਲੇ ਦੁਆਲੇ ਹਰੇਕ ਵਸਤੂ ਦੇ ਆਲੇ ਦੁਆਲੇ ਕੀ ਹੈ, ਛੋਟੇ ਛੋਟੇ ਕੰਨ ਹੁੰਦੇ ਆ। ਛੋਟੇ ਛੋਟੇ ਕੰਨ ਕਿਸੇ ਵੀ ਚੀਜ਼ ਦਾ ਲਾ ਲਓ, ਡਸਟ ਦੇ ਕੰਨ ਲਾ ਲਓ, ਹਵਾ ਦੇ ਕੰਨ ਲਾ ਲਓ, ਆਪਣੇ ਆਲੇ ਦੁਆਲੇ ਹਮੇਸ਼ਾ ਕੀ ਆ, ਕੰਨਾਂ ਦੇ ਨਾਲ ਆਪਾਂ ਘਿਰੇ ਹੋਏ ਹਾਂ। ਠੀਕ ਹੈ। ਤਾਂ ਕੀ ਹੁੰਦਾ ਹੈ, ਜਦੋਂ ਵੀ ਆਪਾਂ ਕਿਸੇ ਚੀਜ਼ 'ਚ ਡਿਸਟਰਬੈਂਸ ਕੀਤੀ, ਮੰਨ ਲਓ ਕਿ ਆਹ ਕੰਨ ਨੇ ਲਵੇ ਲਵੇ, ਠੀਕ ਹੈ, ਇਸ ਤਰ੍ਹਾਂ ਕੰਨ ਪਏ ਨੇ ਕਿਸੇ ਚੀਜ਼ ਦੇ, ਚਾਹੇ ਹਵਾ ਦੇ ਕੰਨ ਲਗਾ ਲਓ, ਤਾਂ ਜਦੋਂ ਆਪਾਂ ਬੋਲੇ ਇਹ ਕੰਨ ਦੇ ਵਿੱਚ ਜਿਹੜਾ ਇਹ ਕੰਨ ਹੈਗਾ ਉਹਦੇ ਵਿੱਚ ਆਪਣੀਆਂ ਵਾਈਬ੍ਰੇਸ਼ਨਸ, ਆਪਣੇ ਹਵਾ ਜਿਹੜੀ ਮੂੰਹ ਦੇ ਵਿੱਚੋਂ ਨਿਕਲੀ ਆ ਇਹਦੇ ਨਾਲ ਜਾ ਕੇ ਟਕਰਾਈ, ਇਹ ਕਿਹਦੇ ਨਾਲ ਟਕਰਾਊਗਾ, ਇਹਦੇ ਨਾਲ, ਇਹ ਇਹਦੇ ਨਾਲ। ਇਸ ਤਰ੍ਹਾਂ ਅੱਗੇ ਅੱਗੇ ਜਿਹੜੇ ਕੰਨ ਨੇਗੇ ਉਹਨਾਂ ਦੇ ਵਿੱਚ ਕੀ ਕੰਪਨ ਪੈਦਾ ਹੋਈ ਜਾਊਗਾ। ਠੀਕ ਹੈ। ਆਪਣੇ ਆਲੇ ਦੁਆਲੇ ਮਾਧਿਅਮ ਦੇ ਵਿੱਚ ਕੰਨਾਂ ਦੇ ਵਿੱਚ ਕੰਪਨ ਪੈਦਾ ਹੋਊਗਾ ਅੱਗੇ ਅੱਗੇ, ਅਤੇ ਇਸ ਤਰ੍ਹਾਂ ਕੰਪਨ ਕਰਦੇ ਕਰਦੇ ਇਹਨਾਂ ਦੀ ਗਤੀ ਹੈ ਜਿਹੜੀ ਆਪਣੇ ਕੰਨਾਂ ਤੱਕ ਪਹੁੰਚ ਜੂ। ਠੀਕ ਹੈ। ਕਦੇ ਵੀ ਜਿਹੜੀ ਚੀਜ਼ ਹੈ, ਠੀਕ ਹੈ, ਉਹ ਆਪਣੇ ਤੱਕ ਨਹੀਂ ਪਹੁੰਚਦੀ। ਜਿਹੜੇ ਇਹ ਕੰਨ ਨੇ ਇੱਥੇ ਹੀ ਰਹਿਣਗੇ। ਠੀਕ ਹੈ। ਇਹ ਕਿ ਧੁਨੀ ਨੂੰ ਅੱਗੇ ਅੱਗੇ ਪਾਸ ਕਰਾਈ ਜਾਣਗੇ। ਜਿਸ ਤਰ੍ਹਾਂ ਕਿ ਮੰਨ ਲਓ ਆਹ ਕੰਨ ਨੇ, ਆਹ ਪਹਿਲਾ ਹੈ, ਆਹ ਦੂਸਰਾ ਹੈ, ਤੀਸਰਾ ਹੈ, ਚੌਥਾ ਹੈ। ਤਾਂ ਜਿਹੜੀ ਧੁਨੀ ਇਹਨੇ ਲਈ ਸੀ ਆਪਣੇ ਮੂੰਹ ਤੋਂ, ਪਹਿਲੇ ਕੰਨ ਨੇ ਲੈ ਕੇ ਕਿਹਨੂੰ ਦੇਤੀ, ਦੂਸਰੇ ਨੂੰ ਦੇਤੀ, ਦੂਸਰੇ ਨੇ ਤੀਸਰੇ ਨੂੰ ਦੇਤੀ, ਤੀਸਰੇ ਨੇ ਚੌਥੇ ਨੂੰ ਦੇਤੀ, ਚੌਥੇ ਨੇ ਆਪਣੇ ਕੰਨ ਨੂੰ ਦੇਤੀ। ਠੀਕ ਹੈ। ਇਸ ਤਰ੍ਹਾਂ ਜਿਹੜੀ ਧੁਨੀ ਅੱਗੇ ਅੱਗੇ ਜਾਊਗੀ, ਨਾ ਕਿ ਉਹ ਕੰਨ ਨਹੀਂ ਅੱਗੇ ਜਾਂਦੇ, ਕੰਨ ਕੰਪਨ ਨਹੀਂ ਕਰਦੇ, ਧੁਨੀ ਕੰਪਨ ਕਰੂਗੀ। ਠੀਕ ਹੈ। ਇਹੀ ਚੀਜ਼ ਨੂੰ ਆਪਾਂ ਪੜ੍ਹਦੇ ਹਾਂ। ਦੇਖੋ ਜਿਹੜੀ ਵੀ ਵਸਤੂ ਕਹਿੰਦੇ ਕੰਪਨ ਕਰ ਰਹੀ ਹੈ, ਉਹ ਸਭ ਤੋਂ ਪਹਿਲਾਂ ਜਿਹੜੇ ਉਹਦੇ ਸੰਪਰਕ 'ਚ ਕੰਨ ਹੁੰਦੇ ਆ, ਠੀਕ ਹੈ, ਉਹਨਾਂ ਦੇ ਵਿੱਚ ਹਿਲਜੁਲ ਪੈਦਾ ਕਰਦੀ ਹੈ। ਫਿਰ ਉਹ ਕੰਨ ਨੇ ਜਿਹੜੇ ਆਪਣੇ ਨਜ਼ਦੀਕ ਜਿਹੜੇ ਕੰਨ ਹੈਗੇ ਨੇਗੇ ਉਹਨਾਂ ਦੇ ਵਿੱਚ ਹਿਲਜੁਲ ਪੈਦਾ ਕਰਦੀ ਹੈ। ਇਸ ਤਰ੍ਹਾਂ ਜਿਹੜੇ ਸੰਤੁਲਿਤ ਕੰਨ ਆਪਣੀ ਜਗ੍ਹਾ 'ਤੇ ਖੜ੍ਹੇ ਸੀ, ਉਹਨਾਂ ਸਾਰਿਆਂ ਦੇ ਵਿੱਚ ਕੰਪਨ ਪੈਦਾ ਹੋ ਗਿਆ ਅਤੇ ਅੱਗੇ ਅੱਗੇ ਉਹਨਾਂ ਨੇ ਕੀ ਆ, ਧੁਨੀ ਪੈਦਾ ਕਰਤੀ। ਠੀਕ ਹੈ। ਜਿਸ ਤਰ੍ਹਾਂ ਕਿ ਇਹਦੇ ਵਿੱਚ ਦੇਖੋ ਕਿ ਆਪਾਂ ਨੇ ਕੀ ਹੈ, ਇਹਦੇ ਵਿੱਚ ਆਹ ਆਪਾਂ ਨੇ ਇੱਕ ਟਰਨਿੰਗ ਫਰੋਕ ਲਿਆ ਹੋਇਆ। ਇਸ ਤਰ੍ਹਾਂ ਨਾਲ ਕੋਈ ਵੀ ਆਪਾਂ ਮੈਟਲ ਦੀ ਬਣੀ ਹੋਈ ਕੋਈ ਚੀਜ਼ ਲੈ ਲੈਂਦੇ ਹਾਂ। ਠੀਕ ਹੈ। ਜਿਹਦੇ ਵਿੱਚ ਆਪਾਂ ਨੂੰ ਕੰਪਨ ਦਿਖਾਈ ਦੇਊਗਾ। ਆਹ ਆਪਾਂ ਨੇ ਕੀ ਲੈ ਲਿਆ, ਇੱਕ ਬੋਬ ਲੈ ਲਿਆ। ਠੀਕ ਹੈ। ਕੋਈ ਬੋਲ ਲੈ ਲਈ, ਚਾਹੇ ਕੋਈ ਕ੍ਰਿਕਟ ਦੀ ਬੋਲ ਲੈ ਲਓ, ਕੋਈ ਵੀ ਬੋਲ ਆਪਾਂ ਨੇ ਧਾਗੇ ਨਾਲ ਲਮਕਾਤੀ। ਠੀਕ ਹੈ। ਆਪਾਂ ਕੀ ਕਰਾਂਗੇ, ਇਹਨੂੰ ਫੜ ਕੇ ਇੱਥੇ ਤੱਕ ਲੈ ਕੇ ਜਾਵਾਂਗੇ। ਇੱਥੇ ਤੱਕ ਲੈ ਕੇ ਗਏ, ਲਿਜਾ ਕੇ ਆਪਾਂ ਨੇ ਛੱਡਤਾ, ਤਾਂ ਕੀ ਹੋਊਗਾ, ਇਹ ਆ ਕੇ ਇਹਦੇ ਵਿੱਚ ਟਕਰਾਊਗਾ। ਜਦੋਂ ਇਹਦੇ ਵਿੱਚ ਟਕਰਾਊਗਾ ਤਾਂ ਇਹਦਾ ਜਿਹੜਾ ਆਹ ਵਾਲਾ ਪਾਰਟ ਹੈ, ਆਹ ਵਾਲਾ ਪਾਰਟ, ਇਹ ਕੀ ਇਹਦੇ ਨਾਲ ਜਾ ਕੇ ਟਕਰਾਊਗਾ। ਠੀਕ ਹੈ। ਤਾਂ ਕੀ ਪੈਦਾ ਹੋਣਗੀਆਂ, ਵਾਈਬ੍ਰੇਸ਼ਨਾਂ। ਕੀ ਪੈਦਾ ਹੋਊਗਾ, ਕੰਪਨ ਪੈਦਾ ਹੋਊਗਾ ਇਹਨਾਂ ਦੇ ਵਿਚਕਾਰ। ਠੀਕ ਹੈ। ਕੰਪਨ ਪੈਦਾ ਹੋਣ ਕਰਕੇ ਆਪਾਂ ਨੂੰ ਕੀ ਆ, ਆਵਾਜ਼ ਸੁਣਾਈ ਦੇਊਗੀ। ਜਿਸ ਤਰ੍ਹਾਂ ਕਿ ਆਪਾਂ ਘੰਟੀ ਦੇਖਦੇ ਹਾਂ, ਸਕੂਲਾਂ ਦੇ ਵਿੱਚ ਘੰਟੀ ਵੱਜਦੀ ਹੈ ਜਾਂ ਡੋਰਬੈਲ ਵੈਸੇ ਲੱਗੀ ਹੁੰਦੀ ਹੈ, ਉਹਦੇ ਵਿੱਚ ਇਸ ਤਰ੍ਹਾਂ ਨਾਲ ਇੱਕ ਡੰਡੀ ਨਾਲ ਕੋਈ ਚੀਜ਼ ਲੱਗੀ ਹੁੰਦੀ ਹੈ, ਨੀਚੇ ਪਲੇਟ ਹੁੰਦੀ ਹੈ। ਉਹ ਜਦੋਂ ਬਾਰ-ਬਾਰ ਟਕਰਾਉਂਦੀ ਆ ਉਹਦੇ ਨਾਲ, ਤਾਂ ਉਹਦੇ ਵਿੱਚ ਕੀ ਪੈਦਾ ਹੁੰਦਾ, ਕੰਪਨ, ਜਿਹਦੇ ਕਰਕੇ ਕੀ ਪੈਦਾ ਹੁੰਦੀ ਹੈ, ਆਵਾਜ਼ ਪੈਦਾ ਹੁੰਦੀ ਹੈ। ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਾਂ ਦੇਖਦੇ ਹਾਂ ਵਿਸਥਾਰ ਦੇ ਨਾਲ। ਦੇਖੋ ਕਹਿੰਦੇ ਆਪਣੇ ਕੋਲੇ ਕੀ ਸੀ, ਕੰਨ ਸੀਗੇ, ਇਹ ਵਾਲੇ ਕੰਨ ਸੀ। ਠੀਕ ਹੈ। ਇਹ ਕੀ ਹੈ, ਇਸ ਪੋਜੀਸ਼ਨ ਦੇ ਵਾਲੇ ਐਵੇਂ ਕੰਬੀ ਗਏ, ਪਰ ਇਹਨਾਂ ਨੇ ਆਪਣੀ ਜਗ੍ਹਾ ਨਹੀਂ ਨਾ ਛੱਡੀ। ਜਿਹੜੀ ਇਹਨਾਂ ਦੀ ਮੂਲ ਅਵਸਥਾ ਸੀਗੀ, ਇਹ ਮੂਲ ਅਵਸਥਾ ਦੇ ਵਿੱਚ ਹੀ ਰਹਿਣਗੇ। ਇਹ ਕੀ ਕਰਨਗੇ, ਧੁਨੀ ਨੂੰ ਇੱਕ ਤੋਂ ਦੂਜੇ ਤੱਕ ਸਪਲਾਈ ਕਰੀ ਜਾਣਗੇ। ਠੀਕ ਹੈ। ਹੁਣ ਆਪਣੇ ਕੋਲ ਦੇਖਦੇ ਹਾਂ ਕਿ ਜਿਹੜੀ ਸਪਲਾਈ ਹੈ ਕਦੋਂ ਤੱਕ ਚੱਲਦੀ ਰਹਿੰਦੀ ਹੈ, ਉਦੋਂ ਤੱਕ ਚੱਲੂਗੀ ਜਦੋਂ ਤੱਕ ਉਹਦਾ ਕੰਮ ਪੂਰਾ ਨਹੀਂ ਹੋ ਜਾਂਦਾ। ਮਤਲਬ ਕਿ ਜਿਹੜੀ ਆਵਾਜ਼ ਆਪਣੇ ਕੰਨਾਂ ਤੱਕ ਨਹੀਂ ਪਹੁੰਚ ਜਾਂਦੀ, ਉਦੋਂ ਤੱਕ ਇਹ ਪ੍ਰਕਿਰਿਆ ਚੱਲਦੀ ਰਹੂਗੀ ਹਮੇਸ਼ਾ। ਠੀਕ ਹੈ। ਮਾਧਿਅਮ ਵਿੱਚ ਧੁਨੀ ਸਰੋਤ ਦੁਆਰਾ ਉਤਪੰਨ ਹਰਕਤ ਮਾਧਿਅਮ ਵਿੱਚੋਂ ਦੀ ਹੁੰਦੀ ਹੋਈ ਸੰਚਾਰ ਕਰਦੀ ਅੱਗੇ ਚੱਲਦੀ ਹੈ, ਨਾ ਕਿ ਮਾਧਿਅਮ ਦੇ ਕੰਨ। ਦੇਖੋ ਇਹ ਇੰਪੋਰਟੈਂਟ ਲਾਈਨ ਆਪਣੇ ਕੋਲੇ, ਵੀ ਜਿਹੜੇ ਮਾਧਿਅਮ ਦੇ ਕੰਨ ਨੇ ਉਹ ਨਹੀਂ ਆਪਣੀ ਜਗ੍ਹਾ ਛੱਡਦੇ, ਸਿਰਫ ਜਿਹੜੀ ਧੁਨੀ ਹੈ ਉਹੀ ਅੱਗੇ ਜਾਂਦੀ ਹੈ। ਕਲੀਅਰ ਹੋ ਗਈ। ਤਾਂ ਦੇਖੋ ਇਹਦੇ ਵਿੱਚ ਵੀ ਆਪਾਂ ਨੂੰ ਇਹ ਦਿਖਾਇਆ ਹੋਇਆ, ਜਿਵੇਂ ਮੰਨ ਲਓ ਆ ਕੀ ਹੈ, ਲੇਅਰਸ ਬਣੀਆਂ ਹੋਈਆਂ ਸੀ, ਆਹ A B C ਇਸ ਤਰ੍ਹਾਂ ਨਾਲ ਲੇਅਰਸ ਬਣੀਆਂ ਹੋਈਆਂ ਸੀ। ਠੀਕ ਹੈ। ਇਸ ਡਾਇਰੈਕਸ਼ਨ ਦੇ ਵਿੱਚ ਕੀ ਆ, ਏਅਰ ਜਾ ਰਹੀ ਹੈ, ਇਸ ਦੇ ਵਿੱਚ ਆਪਣੇ ਜਿਹੜਾ ਆਵਾਜ਼ ਆ ਉਹਨੇ ਜਾਣਾ ਆਪਣੇ ਕੰਨ ਤੱਕ। ਤਾਂ ਇਹ ਚੀਜ਼ ਵਾਈਬਰੇਟ ਹੋ ਰਹੀ ਹੈ। ਮੰਨ ਲਓ ਕੋਈ ਆਪਾਂ ਚਿਮਟਾ ਲੈ ਰਹੇ ਹਾਂ, ਚਿਮਟਾ ਹੀ ਸਮਝ ਕੇ ਆਪਾਂ ਉਹਨੂੰ ਖੜਕਾ ਰਹੇ ਹਾਂ, ਤਾਂ ਇਹਦੀ ਆਵਾਜ਼ ਆਪਣੇ ਕੰਨਾਂ ਤੱਕ ਕਿਵੇਂ ਜਾਊਗੀ। ਠੀਕ ਹੈ। ਜਿਹੜੀਆਂ ਇਹ ਲੇਅਰਸ ਬਣੀਆਂ ਹੋਈਆਂ ਨੇ, ਇਹਨਾਂ ਦੇ ਵਿੱਚ ਕੀ ਕੰਨ ਹੋਣਗੇ, ਉਹ ਕੰਨ ਕੀ ਕਰਨਗੇ, ਇੱਥੋਂ ਲੈ ਕੇ ਜਿਹੜੀ ਇਹਦੇ ਵਿੱਚੋਂ ਆਵਾਜ਼ ਪੈਦਾ ਹੋਊਗੀ ਉਹਦੀ ਸਪਲਾਈ ਆਪਣੇ ਕੰਨ ਤੱਕ ਕਰਵਾਉਣਗੇ। ਠੀਕ ਹੈ। ਸੇਮ ਡਾਇਰੈਕਸ਼ਨ ਦੇ ਵਿੱਚ ਹੀ ਉਹ ਮੋਲੀਕਿਊਲ ਲੈ ਕੇ ਜਾਣਗੇ ਕੰਨ, ਜਿਹੜੀ ਡਾਇਰੈਕਸ਼ਨ ਦੇ ਵਿੱਚ ਆਪਾਂ ਹੈਗੇ ਹਾਂ, ਤਾਂ ਆਪਾਂ ਨੂੰ ਕੀ ਹੈ, ਆਵਾਜ਼ ਆ ਜਿਹੜੀ ਸੁਣਾਈ ਦੇ ਜਾਂਦੀ ਹੈ। ਤਾਂ ਜਿਹੜੇ ਅੰਡਰਲਾਈਨ ਕੀਤੀਆਂ ਹੋਈਆਂ ਲਾਈਨਾਂ ਨੇ ਇਹ ਇੰਪੋਰਟੈਂਟ ਨੇ, ਇਹਨਾਂ ਨੂੰ ਤੁਸੀਂ ਦੇਖ ਲਿਓ। ਸੇਮ ਹੀ ਲਿਖਿਆ ਹੋਇਆ ਕਿ ਤਰੰਗ ਇੱਕ ਹਿਲਜੁਲ ਹੈ ਜਿਹੜੀ ਕਿਸੇ ਮਾਧਿਅਮ ਵਿੱਚੋਂ ਦੀ ਗਤੀ ਕਰਕੇ ਮਾਧਿਅਮ ਦੇ ਕਣਾਂ ਦੇ ਨੇੜੇ ਦੇ ਕਣਾਂ ਵਿੱਚ ਗਤੀ ਪੈਦਾ ਕਰਦੀ ਹੈ। ਕਣ ਨੇ ਜਿਹੜੇ ਖੁਦ ਅੱਗੇ ਨਹੀਂ ਤੁਰਦੇ, ਸਿਰਫ ਉਹਨਾਂ ਦੇ ਵਿੱਚ ਹੁਲਜਲ ਹੁੰਦੀ ਹੈ ਅਤੇ ਉਹ ਅੱਗੇ ਜਿਹੜੀ ਧੁਨੀ ਆ ਉਹਨੂੰ
ਸੰਚਾਰ ਕਰ ਦਿੰਦੇ ਨੇ। ਠੀਕ ਹੈ, ਧੁਨੀ ਦਾ ਇਹਨਾਂ ਨੂੰ ਸਿਰਫ ਧੁਨੀ ਨੂੰ ਤਰੰਗਾਂ ਦੇ ਰੂਪ ਵਿੱਚ ਜਾਣਦੇ ਆਪਾਂ ਵੀ ਤਰੰਗਾਂ ਅੱਗੇ ਅੱਗੇ ਜਾ ਰਹੀਆਂ ਨੇ। ਠੀਕ ਹੈ, ਜਿਹੜਾ ਮੀਡੀਅਮ ਹੈ ਉਹਦੇ ਵਿੱਚ ਕਣਾਂ ਦਾ ਗਤੀ ਕਰਨਾ ਧੁਨੀ ਤਰੰਗਾਂ ਦੀ ਪਹਿਚਾਣ ਕਰਦਾ। ਮਤਲਬ ਕਿ ਜਿਹੜੀਆਂ ਤਰੰਗਾਂ ਨੇ ਉਹ ਜਾ ਰਹੀਆਂ ਨੇ ਪਰ ਕਣ ਨਹੀਂ ਜਾ ਰਹੇ। ਜਿਹੜੀਆਂ ਇਹ ਤਰੰਗਾਂ ਜਾ ਰਹੀਆਂ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਯਾਂਤਰਿਕ ਤਰੰਗਾਂ, ਯਾਨੀ ਕਿ ਮਕੈਨੀਕਲ ਵੇਵਸ। ਜਿਹੜੀਆਂ ਤਰੰਗਾਂ ਕੰਮ ਕਰ ਰਹੀਆਂ ਨੇ, ਠੀਕ ਹੈ, ਸਿਰਫ ਉਹ ਅੱਗੇ ਜਾ ਰਹੀਆਂ ਨੇ। ਇਹਦੇ ਵਿੱਚ ਇੱਕ ਇੰਪੋਰਟੈਂਟ ਪੁਆਇੰਟ ਆਪਣੇ ਕੋਲੇ ਕਿ ਧੁਨੀ ਦੇ ਸੰਚਾਰ ਦੇ ਲਈ ਸਭ ਤੋਂ ਜ਼ਿਆਦਾ ਵਧੀਆ ਆਮ ਵਰਤਿਆ ਜਾਣ ਵਾਲਾ ਮੀਡੀਅਮ ਕਿਹੜਾ ਗਾ, ਹਵਾ। ਠੀਕ ਹੈ, ਆਪਣੇ ਤੱਕ ਜਿਹੜਾ ਮੀਡੀਅਮ ਆਵਾਜ਼ ਪਹੁੰਚਾ ਰਿਹਾ ਉਹ ਕੌਣ ਹੈ, ਏਅਰ ਹੈ। ਜਿਵੇਂ ਹੁਣ ਆਪਾਂ ਅੰਤਰਿਕਸ਼ ਦੇ ਵਿੱਚ ਲਈਏ, ਠੀਕ ਹੈ, ਅੰਤਰਿਕਸ਼ ਦੇ ਵਿੱਚ ਸਪੇਸ ਦੇ ਵਿੱਚ ਆਪਾਂ ਨੂੰ ਜਿਹੜੀ ਆਵਾਜ਼ ਆ ਸੁਣਾਈ ਨਹੀਂ ਦੇਊਗੀ। ਕਿਉਂ ਨਹੀਂ ਸੁਣਾਈ ਦਿੰਦੀ, ਕਿਉਂਕਿ ਉੱਥੇ ਏਅਰ ਨਹੀਂ ਹੈਗੀ, ਹਵਾ ਨਹੀਂ ਹੈਗੀ, ਇਸ ਕਰਕੇ ਆਪਾਂ ਉੱਥੇ ਆਵਾਜ਼ ਵੀ ਆਪਾਂ ਨੂੰ ਨਹੀਂ ਸੁਣੂਗੀ। ਠੀਕ ਹੈ, ਤਾਂ ਹਵਾ ਦਾ ਹੋਣਾ, ਹਵਾ ਇੱਕ ਮੀਡੀਅਮ ਹੈ ਜਿਹਦੇ ਕਰਕੇ ਆਵਾਜ਼ ਆਪਣੇ ਤੱਕ ਪਹੁੰਚਦੀ ਹੈ। ਕਲੀਅਰ ਹੈ ਜੀ। ਨੈਕਸਟ ਦੇਖੋ, ਜਿਹੜੀ ਆਹ ਵਾਲੀ ਡਾਇਗਰਾਮ ਆਪਾਂ ਨੂੰ ਕਿਵੇਂ ਸਮਝ ਆਊਗੀ, ਪਹਿਲਾਂ ਆਪਾਂ ਅੱਗੇ ਪੜ੍ਹਦੇ ਹਾਂ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੂਗੀ। ਠੀਕ ਹੈ, ਦੇਖੋ ਕਹਿੰਦੇ ਜਦੋਂ ਕੋਈ ਵੀ ਵਸਤੂ ਕੰਪਨ ਕਰਦੀ ਹੋਈ ਅੱਗੇ ਵੱਲ ਵੱਧਦੀ ਹੈ, ਇਹ ਆਪਣੇ ਸਾਹਮਣੇ ਦੀ ਹਵਾ ਨੂੰ ਧੱਕਦੀ ਹੋਈ ਨਪੀੜਦੀ ਹੈ ਅਤੇ ਇਸ ਤਰ੍ਹਾਂ ਇੱਕ ਉੱਚ ਦਾਬ ਵਾਲਾ ਖੇਤਰ ਪੈਦਾ ਹੋ ਜਾਂਦਾ ਹੈ। ਇਸ ਖੇਤਰ ਨੂੰ ਆਪਾਂ ਕੀ ਕਹਿੰਦੇ ਹਾਂ, ਕੰਪਰੈਸ਼ਨ। ਕੰਪਰੈਸ਼ਨ ਦੇਖੋ ਆਪਾਂ ਇਹਦੇ ਵਿੱਚ ਦਿਖ ਰਹੇ ਨੇ, ਇਹ ਕੀ ਹੈ, ਰੇਅਰਫੈਕਸ਼ਨ ਹੈ ਜਿੱਥੇ ਖੁੱਲੀਆਂ ਲਾਈਨਸ ਨੇ। ਇਹ ਕੀ ਕੰਪਰੈਸ਼ਨ ਹੈ ਜਿੱਥੇ ਕੀ ਭੀੜੀਆਂ ਲਾਈਨਸ ਨੇ, ਫਿਰ ਖੁੱਲੀਆਂ ਲਾਈਨਸ ਨੇ, ਫਿਰ ਭੀੜੀਆਂ ਲਾਈਨਸ ਨੇ। ਠੀਕ ਹੈ, ਇਹਨਾਂ ਦਾ ਕੀ ਮਤਲਬ ਹੈ ਕਿ ਜਦੋਂ ਕੋਈ ਵੀ ਵਸਤੂ ਕੰਪਨ ਕਰਦੀ ਹੈ, ਜਿਵੇਂ ਕਿ ਆਹ ਵਸਤੂ ਇਹ ਕੰਪਨ ਕਰ ਰਹੀ ਹੈ, ਕੰਪਨ ਕਰਦੀ ਹੋਈ ਅੱਗੇ ਵੱਲ ਨੂੰ ਜਾਊਗੀ। ਠੀਕ ਹੈ, ਇਹ ਹਵਾ ਨੂੰ ਧੱਕੂਗੀ। ਜਿੱਥੇ ਕੀ ਹੈ ਹਵਾ ਦਾ ਦਬਾਅ ਜਿਹੜਾ ਜ਼ਿਆਦਾ ਹੋ ਜਾਊਗਾ, ਉੱਥੇ ਕੀ ਬਣ ਜਾਊਗਾ, ਸੰਘਣਾ ਮੀਡੀਅਮ। ਉੱਥੇ ਸੰਘਣਤਾ ਹੋ ਜਾਊਗੀ। ਜਿੱਥੇ ਕੀ ਹੈ ਘੱਟ ਜਾਊਗਾ, ਉੱਥੇ ਕੀ ਹੈ ਵਿਰਲਾ ਹੋ ਜਾਊਗਾ। ਰੇਅਰਫੈਕਸ਼ਨ ਯਾਨੀ ਕਿ ਵਿਰਲਾ ਹੋ ਗਿਆ ਮੀਡੀਅਮ। ਜਿੱਥੇ ਕਿ ਜ਼ਿਆਦਾ ਸੰਘਣਤਾ ਵੱਧ ਗਈ, ਉੱਥੇ ਕੀ ਹੋ ਗਿਆ, ਨਪੀੜਨ ਜਾਂ ਆਪਾਂ ਦਾਬ ਕਹਿ ਸਕਦੇ ਹਾਂ, ਕੰਪਰੈਸ਼ਨ। ਠੀਕ ਹੈ, ਇਹੀ ਲਿਖਿਆ ਹੋਇਆ, ਦਾਬ ਜਾਂ ਨਪੀੜਨ ਕੰਪਨ ਕਰ ਰਹੀ ਵਸਤੂ ਤੋਂ ਦੂਰ ਅੱਗੇ ਵੱਲ ਗਤੀ ਕਰਦੀ ਹੈ ਤਾਂ ਦਬਾਅ ਜਿਹੜਾ ਘੱਟ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਰੇਅਰਫੈਕਸ਼ਨ। ਠੀਕ ਹੈ, ਰੇਅਰਫੈਕਸ਼ਨ ਕਹਿੰਦੇ ਆ ਇਹਨੂੰ। ਆਪਾਂ C ਤੇ R ਦੇ ਨਾਲ ਵੀ ਨੋਟ ਕਰ ਸਕਦੇ ਹਾਂ। ਠੀਕ ਹੈ, C ਕੀ ਹੈ, ਕੰਪਰੈਸ਼ਨ ਯਾਨੀ ਕਿ ਬਹੁਤ ਜ਼ਿਆਦਾ ਕਲੋਜ਼ ਲਾਈਨਾਂ ਹੋਣਗੀਆਂ। R ਕੀ ਹੈ, ਰੇਅਰਫੈਕਸ਼ਨ ਯਾਨੀ ਕਿ ਬਹੁਤ ਦੂਰ ਹੋਣਗੀਆਂ ਇਸ ਤਰ੍ਹਾਂ ਨਾਲ ਲਾਈਨਸ। ਠੀਕ ਹੈ, ਇੱਥੇ ਕੀ ਹੈ, ਦਬਾਅ ਜ਼ਿਆਦਾ ਹੋਊਗਾ, ਇੱਥੇ ਦਬਾਅ ਕੀ ਹੈ, ਘੱਟ ਹੋਊਗਾ। ਕਲੀਅਰ ਹੈ ਜੀ ਇਹ ਚੀਜ਼। ਅੱਗੇ ਦੇਖੋ, ਜਦੋਂ ਵਸਤੂ ਕੰਪਨ ਕਰਦੀ ਹੈ ਭਾਵ ਅੱਗੇ ਜਾਂ ਪਿੱਛੇ ਤੇਜ਼ੀ ਨਾਲ ਗਤੀ ਕਰਦੀ ਹੈ ਤਾਂ ਇਹੋ ਨਪੀੜਨ ਅਤੇ ਨਿਖੇੜਨ ਧੁਨੀ ਤਰੰਗਾਂ ਬਣਾਉਂਦੀਆਂ ਹਨ, ਜਿਹੜੇ ਮਾਧਿਅਮ ਵਿੱਚੋਂ ਦੀ ਹੋ ਕੇ ਅੱਗੇ ਤੁਰਦੀ ਹੈ। ਠੀਕ ਹੈ, ਕਦੇ ਕੀ ਹੈ, ਕੰਪਰੈਸ਼ਨ ਆ ਗਿਆ, ਕਦੇ ਰੇਅਰਫੈਕਸ਼ਨ ਆ ਗਿਆ, ਕਦੇ ਕੰਪਰੈਸ਼ਨ। ਕਿਉਂਕਿ ਦੇਖੋ ਦਬਾਅ ਵੱਧ ਗਿਆ, ਇਕੱਠੀਆਂ ਹੋ ਗਈਆਂ, ਫਿਰ ਇਹ ਕੀ ਅੱਗੇ ਨੂੰ ਜਾਣਗੀਆਂ, ਵਿਰਲੀਆਂ ਹੋ ਜਾਣਗੀਆਂ, ਫਿਰ ਦਬਾਅ ਵਧੂ। ਇਸੇ ਤਰ੍ਹਾਂ ਨਾਲ ਅੱਗੇ ਜਿਹੜੇ ਆਪਾਂ ਨੇ ਜਿਹੜੀ ਚੀਜ਼ ਤੱਕ ਪਹੁੰਚਣਾ ਉੱਥੇ ਤੱਕ ਕੀ ਹੈ, ਜਿਹੜਾ ਧੁਨੀ ਆ ਉਹ ਪਹੁੰਚ ਜਾਂਦੀ ਹੈ। ਇਹ ਸਾਰੇ ਵਿੱਚ ਪਾਰਟ ਆਉਂਦੇ ਨੇ, ਕਦੇ C ਆ ਜਾਂਦਾ, ਕਦੇ R ਆ ਜਾਂਦਾ, ਕਦੇ ਨਪੀੜਨ ਆ ਜਾਂਦਾ। ਠੀਕ ਹੈ, ਕਦੇ ਨਿਖੇੜਨ ਆ ਜਾਂਦਾ, ਕਦੇ ਦੂਰ ਹੋ ਜਾਂਦੀਆਂ ਨੇ, ਕਦੇ ਨੇੜੇ ਹੋ ਜਾਂਦੀਆਂ ਨੇ, ਤਾਂ ਹੀ ਅੱਗੇ ਨੂੰ ਸ਼ਿਫਟ ਕਰਦੀ ਆ। ਜਿਸ ਤਰ੍ਹਾਂ ਆਪਾਂ ਇੱਕ ਸਿੰਪਲ ਜਿਹੀ ਐਗਜ਼ਾਮਪਲ ਲੈ ਸਕਦੇ ਹਾਂ, ਜਿਵੇਂ ਆਪਾਂ ਗੰਡੋਇਆ ਦੇਖਦੇ ਹਾਂ। ਠੀਕ ਹੈ, ਉਹ ਅੱਗੇ ਨੂੰ ਕਿਵੇਂ ਜਾਂਦਾ ਹੁੰਦਾ, ਉਹ ਕੀ ਪਹਿਲਾਂ ਆਪਣੀ ਪਿਛਲੀ ਸਾਰੀ ਬੋਡੀ ਇਕੱਠੀ ਕਰ ਲੈਂਦਾ, ਫਿਰ ਅਗਲੀ ਬੋਡੀ ਅੱਗੇ ਲੈ ਕੇ ਜਾਂਦਾ, ਫਿਰ ਪਿੱਛੋਂ ਇਕੱਠੀ ਕਰ ਲੈਂਦਾ, ਫਿਰ ਅੱਗੇ ਨੂੰ ਲੈ ਕੇ ਜਾਂਦਾ। ਇਸੇ ਤਰ੍ਹਾਂ ਨਾਲ ਇਹਦੇ ਵਿੱਚ ਹੁੰਦਾ। ਠੀਕ ਹੈ, ਕੰਪਰੈਸ਼ਨ ਹੋ ਜਾਂਦਾ, ਰੇਅਰਫੈਕਸ਼ਨ ਹੋ ਜਾਂਦਾ। ਅੱਗੇ ਦੇਖੋ ਨਪੀੜਨ ਕੀ ਹੈ, ਜਿੱਥੇ ਕਿ ਬਹੁਤ ਜ਼ਿਆਦਾ ਲਾਈਨਾਂ ਕਲੋਜ਼ ਨੇ, ਲਵੇ ਨੇ। ਮਤਲਬ ਕਿ ਇੱਥੇ ਦਬਾਅ ਕੀ ਆ, ਬਹੁਤ ਜ਼ਿਆਦਾ ਹੈ। ਦਬਾਅ ਮਤਲਬ ਪ੍ਰੈਸ਼ਰ ਵਾਲਾ ਬਣਿਆ ਹੋਇਆ ਇੱਥੇ। ਠੀਕ ਹੈ, ਜਿਹੜਾ ਰੇਅਰਫੈਕਸ਼ਨ ਆ ਉੱਥੇ ਕੀ ਆ, ਦਬਾਅ ਕੀ ਹੋਊਗਾ, ਘੱਟ ਹੋਊਗਾ। ਠੀਕ ਹੈ, ਦਬਾਅ ਕਿਵੇਂ, ਜਿਵੇਂ ਹੁਣ ਆਪਾਂ ਇੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਲਾਤਾ ਤਾਂ ਜਿਹੜੇ ਦੂਰ ਭੱਜੇ ਫਿਰਦੇ ਸੀ ਕਣ, ਉਹ ਇੰਨੀ ਕੁ ਜਗ੍ਹਾ ਦੇ ਵਿੱਚ ਇਕੱਠੇ ਹੋ ਗਏ, ਯਾਨੀ ਕਿ ਬਹੁਤ ਸਾਰੇ ਕਣ ਥੋੜ੍ਹੀ ਜਿਹੀ ਜਗ੍ਹਾ ਦੇ ਵਿੱਚ ਆ ਗਏ। ਅਗਰ ਆਪਾਂ ਕੀ ਹੈ, ਰੇਅਰਫੈਕਸ਼ਨ ਕਰ ਰਹੇ ਹਾਂ, ਇਹਦਾ ਮਤਲਬ ਕਿ ਬਹੁਤ ਜ਼ਿਆਦਾ ਜਗ੍ਹਾ 'ਚ ਥੋੜ੍ਹੇ ਜਿਹੇ ਕਣ ਨੇ। ਠੀਕ ਹੈ, ਤਾਂ ਜਿਹੜੀ ਕੰਪਰੈਸ਼ਨ ਹੈ, ਨਪੀੜਨ ਹੈ, ਇਹਦੇ ਵਿੱਚ ਡੈਂਸਿਟੀ ਯਾਨੀ ਕਿ ਘਣਤਾ ਕੀ ਹੋਊਗੀ, ਜ਼ਿਆਦਾ ਹੋਊਗੀ। ਅਤੇ ਜਿਹੜਾ ਨਿਖੇੜਨ ਹੈ, ਇਹਦੇ ਵਿੱਚ ਘਣਤਾ ਕੀ ਹੋਊਗੀ, ਘੱਟ ਹੋਊਗੀ। ਕਲੀਅਰ ਹੈ ਚੀਜ਼। ਦੇਖੋ ਵੱਧ ਘਣਤਾ ਅਧਿਕ ਦਬਾਅ ਅਤੇ ਘੱਟ ਘਣਤਾ ਘੱਟ ਦਬਾਅ ਨੂੰ ਦਰਸਾਉਂਦੀ ਹੈ। ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਜੇ ਜ਼ਿਆਦਾ ਦਬਾਅ ਲਾਵਾਂਗੇ ਤਾਂ ਉੱਥੇ ਜਿਹੜੀ ਚੀਜ਼ਾਂ ਨੇ ਉਹ ਵੀ ਜ਼ਿਆਦਾ ਹੋਣਗੀਆਂ, ਪਾਰਟੀਕਲਸ ਨੇ ਜਿਹੜੇ ਕਣ ਨੇਗੇ। ਅਤੇ ਜੇ ਆਪਾਂ ਘੱਟ ਦਬਾਅ ਲਾਵਾਂਗੇ ਉੱਥੇ ਕੀ ਹੈ, ਕਣ ਵੀ ਨੇ ਜਿਹੜੇ ਉਹਨਾਂ ਦੀ ਮਾਤਰਾ ਘੱਟ ਹੋਊਗੀ, ਯਾਨੀ ਕਿ ਘਣਤਾ ਵੀ ਕੀ ਹੈ, ਘੱਟ ਹੋ ਜਾਊਗੀ। ਠੀਕ ਹੈ, ਇਹੀ ਚੀਜ਼ ਦੱਸੀ ਗਈ ਆਪਾਂ ਨੂੰ। ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ, ਦੇਖੋ ਇੱਥੇ ਕੀ ਹੈ, ਦਬਾਅ ਘੱਟ ਹੈਗਾ, ਇੱਥੇ ਦਬਾਅ ਕੀ ਹੈ, ਜ਼ਿਆਦਾ ਹੈ। ਜੇ ਦਬਾਅ ਜ਼ਿਆਦਾ ਹੈ ਤਾਂ ਇੱਥੇ ਕੀ ਹੈ, ਘਣਤਾ ਵੀ ਕੀ ਹੋਊਗੀ, ਜ਼ਿਆਦਾ ਹੋਊਗੀ।
ठीक है। घनता भी ज़्यादा हो क्योंकि दबाਅ ज़्यादा है। इसे तरह नाल घट दबाਅ कदे वध दबाਅ करते हुए ਜਿਹੜੇ ਧੁਨੀ ਆਪਣੇ ਕੰਨਾਂ तक पहुँच ਜਾਂਦੀ है। ਅੱਗੇ देखो ये दिखाया ਹੋਇਆ ਆਪਾਂ ਨੂੰ कि भी ਜਿਹੜਾ ਧੁਨੀ है ਉਹਦੇ ਸੰਚਾਰ ਦੇ ਲਈ ਕੀ ਹੈ ਮੀਡੀਅਮ ਦੀ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ। ਜੇ ਮਾਧਿਅਮ ਨਹੀਂ ਹੋਊਗਾ ਤਾਂ ਆਪਾਂ ਨੂੰ ਕਦੇ ਵੀ ਜਿਹੜੀ ਆਵਾਜ਼ ਆ ਸੁਣਾਈ ਨਹੀਂ ਦਿੰਦੀ। ਠੀਕ ਹੈ। ਇਹ ਆਪਾਂ ਐਕਸਪੈਰੀਮੈਂਟ ਦੇ ਨਾਲ ਦੇਖਾਂਗੇ। ਇਹਦੇ ਵਿੱਚ ਆਪਾਂ ਨੇ ਕੀ ਕੀਤਾ, ਇੱਕ ਆਪਾਂ ਨੇ ਆਹ ਜਾਰ ਲਿਆ, ਕੰਚ ਦਾ ਇੱਕ ਬੌਕਸ ਕਹਿ ਸਕਦੇ ਆਪਾਂ, ਕੰਚ ਦਾ ਜਾਰ ਲਿਆ ਆਪਾਂ ਨੇ। ਇਹਦੇ ਵਿੱਚ ਕੀ ਆ, ਹਵਾ ਹੈਗੀ ਸੀ, ਏਅਰ ਪ੍ਰੈਜੈਂਟ ਸੀ ਇਹਦੇ ਵਿੱਚ। ਤਾਂ ਇਹਦੇ ਵਿੱਚ ਆਪਾਂ ਨੇ ਇੱਕ ਬੈਲ ਲਗਾਤੀ। ਠੀਕ ਹੈ। ਜਦੋਂ ਆਪਾਂ ਨੇ ਬੈਲ ਨੂੰ ਕਿਸੇ ਵੀ ਸਵਿਚ ਦੇ ਨਾਲ ਆਪਾਂ ਅਟੈਚ ਕੀਤਾ ਹੋਇਆ ਗਾ, ਜਦੋਂ ਆਪਾਂ ਬੈਲ ਦਬਾਵਾਂਗੇ ਤਾਂ ਜਿਹੜੀ ਆਵਾਜ਼ ਹੈ ਆਪਾਂ ਨੂੰ ਸੁਣਾਈ ਦਊਗੀ। ਠੀਕ ਹੈ। ਫਿਰ ਆਪਾਂ ਕੀ ਕਰਨ ਲੱਗੇ, ਹੌਲੀ ਹੌਲੀ ਆਪਾਂ ਹਵਾ ਜਿਹੜੀ ਨੀਚੇ ਜਿਹੜਾ ਹੋਲ ਬਣਿਆ ਹੋਇਆ ਇਹਦੇ ਨਾਲ ਹਵਾ ਆਪਾਂ ਬਾਹਰ ਕੱਢਣ ਲੱਗ ਗਏ। ਜਿਵੇਂ ਜਿਵੇਂ ਆਪਾਂ ਹਵਾ ਘਟਾਈ ਜਾਂਦੇ ਹਾਂ ਕਿਉਂਕਿ ਮੀਡੀਅਮ ਘਟੀ ਜਾਂਦਾ, ਉਵੇਂ ਉਵੇਂ ਜਿਹੜੀ ਆਵਾਜ਼ ਆਪਾਂ ਨੂੰ ਘੱਟ ਸੁਣਾਈ ਦੇਣ ਲੱਗ ਜੂਗੀ। ਠੀਕ ਹੈ। ਫਿਰ ਆਪਾਂ ਨੇ ਕੀ ਕੀਤਾ, ਜਿਹੜੀ ਬੈਲ ਸੀ ਆਪਾਂ ਨੇ ਉਹਦੇ ਵਿੱਚੋਂ ਜਾਰ ਦੇ ਵਿੱਚੋਂ ਬਿਲਕੁਲ ਹੀ ਜਿਹੜਾ ਹਵਾ ਹੈ ਖਤਮ ਕਰਤੀ। ਬਿਲਕੁਲ ਜਿਹੜੀ ਵੈਕਿਊਮ ਦੇ ਵਿੱਚੋਂ ਏਅਰ ਰਿਮੂਵ ਕਰਤੀ, ਮਤਲਬ ਕਿ ਵੈਕਿਊਮ ਕਰਤਾ, ਏਅਰ ਰਿਮੂਵ ਕਰਤੀ, ਜਮੇ ਖਤਮ ਕਰਤਾ। ਤਾਂ ਇਹਦਾ ਮਤਲਬ ਆਪਾਂ ਨੂੰ ਕੋਈ ਵੀ ਜਿਹੜੀ ਆਵਾਜ਼ ਆ ਸੁਣਾਈ ਨਹੀਂ ਦਊਗੀ। ਚਾਹੇ ਆਪਾਂ ਬੈਲ ਵੱਜੀ ਜਾਂਦੀ ਹੈ ਪਰ ਫਿਰ ਵੀ ਆਪਾਂ ਨੂੰ ਆਵਾਜ਼ ਸੁਣਾਈ ਨਹੀਂ ਦੇ ਰਹੀ। ਕਿਉਂ ਨਹੀਂ ਦੇ ਰਹੀ? ਕਿਉਂਕਿ ਕੋਈ ਵੀ ਜਿਹੜਾ ਮਾਧਿਅਮ ਹੈ ਆਵਾਜ਼ ਨੂੰ ਲੈ ਕੇ ਜਾਣ ਵਾਸਤੇ ਉਹ ਨਹੀਂ ਹੈਗਾ। ਠੀਕ ਹੈ। ਜੇ ਆਪਣੇ ਆਲੇ ਦੁਆਲੇ ਹਵਾ ਨਾ ਹੁੰਦੀ ਤਾਂ ਆਪਾਂ ਨੂੰ ਵੀ ਆਵਾਜ਼ ਹੈ ਜਿਹੜੀ ਸੁਣਾਈ ਨਹੀਂ ਦੇਣੀ ਸੀਗੀ। ਤਾਂ ਇਹਦਾ ਮਤਲਬ ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਧੁਨੀ ਆ ਉਹਨੂੰ ਚੱਲਣ ਦੇ ਵਾਸਤੇ ਕਿਸੇ ਮੀਡੀਅਮ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ। ਮੀਡੀਅਮ ਹੈ ਜਿਹੜਾ ਕੋਈ ਵੀ ਹੋ ਸਕਦਾ, ਜਿਵੇਂ ਹਵਾ ਵੀ ਹੋ ਸਕਦਾ, ਪਾਣੀ, ਸਟੀਲ, ਅਲੱਗ-ਅਲੱਗ ਦੀਆਂ ਜਿਹੜੀਆਂ ਧੁਨੀਆਂ ਨੇ ਉਹ ਅਲੱਗ-ਅਲੱਗ ਚੀਜ਼ਾਂ ਵਿੱਚੋਂ ਦੀ ਚੱਲਦੀਆਂ ਨੇ। ਪਰ ਇਹ ਇੰਪੋਰਟੈਂਟ ਗੱਲ ਹੈ, ਖਲਾ ਵਿੱਚ ਜਿਹੜੀ ਧੁਨੀ ਆ ਉਹ ਚੱਲ ਨਹੀਂ ਸਕਦੀ। ਖਲਾ ਕੀ ਹੈ? ਸਪੇਸ। ਠੀਕ ਹੈ। ਸਪੇਸ ਆ ਜਿਹੜੀ ਆਪਣੀ ਯੂਨੀਵਰਸ ਦੇ ਵਿੱਚ ਉੱਪਰ ਵੈਕਿਊਮ, ਉਹਦੇ ਵਿੱਚ ਜਿਹੜੀ ਆਪਾਂ ਨੂੰ ਆਵਾਜ਼ ਸੁਣਾਈ ਨਹੀਂ ਦਿੰਦੀ। ਹੁਣ ਆਪਣੇ ਕੋਲ ਜਿਹੜੇ ਧੁਨੀ ਦੀਆਂ ਤਰੰਗਾਂ ਨੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਤਾਂ ਹੁੰਦੀਆਂ ਨੇ ਆਪਣੇ ਕੋਲੇ ਆਡੇ ਦਾਂ ਹੁੰਦੀਆਂ ਨੇ, ਇੱਕ ਲੰਬੇ ਦਾਂ ਹੁੰਦੀਆਂ ਨੇ। ਜਿਹੜਾ ਲੰਬਾ ਦਾਂ ਉਹਨੂੰ ਆਪਾਂ ਲੌਂਗੀਟਿਊਡਨਲ ਬੋਲਦੇ ਹਾਂ, ਜਿਹੜੇ ਆਡੇ ਦਾਂ ਹੁੰਦੇ ਨੇ ਉਹਨੂੰ ਆਪਾਂ ਟਰਾਂਸਵਰਸ ਬੋਲਦੇ ਹਾਂ। ਠੀਕ ਹੈ। ਹੁਣ ਦੇਖੋ, ਜਿਸ ਤਰ੍ਹਾਂ ਕਿ ਆਪਣੇ ਕੋਲੇ ਕੋਈ ਸਪਰਿੰਗ ਹੈ। ਠੀਕ ਹੈ। ਆਪਣੇ ਕੋਲੇ ਸਪਰਿੰਗ ਕਿਸ ਤਰ੍ਹਾਂ ਬਣਿਆ ਹੁੰਦਾ ਹੈ? ਦੇਖੋ ਇਸ ਤਰ੍ਹਾਂ ਨਾਲ ਸਪਰਿੰਗ ਬਣਿਆ ਹੋਊਗਾ। ਅਗਰ ਆਪਾਂ ਸਪਰਿੰਗ ਨੂੰ ਫੜ ਕੇ ਖਿੱਚ ਲਾਂਗੇ, ਠੀਕ ਹੈ, ਤਾਂ ਉਹਦੇ ਵਿੱਚ ਕੀ ਇਸ ਤਰ੍ਹਾਂ ਹੋਣ ਲੱਗ ਜੂ, ਸਪਰਿੰਗ ਆ ਜਿਹੜਾ ਫੈਲਣ ਲੱਗ ਜੂ ਅਗਰ ਆਪਾਂ ਖਿੱਚਣ ਲੱਗੇ ਇਸ ਤਰ੍ਹਾਂ ਨਾਲ। ਠੀਕ ਹੈ। ਅਤੇ ਕਈ ਵਾਰ ਆਪਾਂ ਕੀ ਹੈ ਸਪਰਿੰਗ ਨੂੰ ਕੋਲ ਲੈ ਕੇ ਆਉਣਾ ਤਾਂ ਆਪਾਂ ਧੱਕਣ ਲੱਗ ਗਏ ਅਤੇ ਇਹ ਕੀ ਹੈ ਹੋਰ ਨੇੜੇ ਹੋਣ ਲੱਗ ਜਾਣਗੀਆਂ ਜਿਹੜੀਆਂ ਕੁੰਡਲੀਆਂ ਨੇ। ਠੀਕ ਹੈ। ਤਾਂ ਉਹਦਾ ਮਤਲਬ ਦੋ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਹੋਣਗੀਆਂ ਉੱਥੇ। ਇੱਕ ਕੰਪਰੈਸ਼ਨ, ਜਿੱਥੇ ਆਪਾਂ ਕੀ ਆ ਦਬਾਅ ਪਾ ਰਹੇ ਹਾਂ, ਕੋਲੇ ਕਰ ਰਹੇ ਹਾਂ। ਇੱਕ ਐਕਸਪੈਂਸ਼ਨ ਮਤਲਬ ਹੁੰਦਾ ਫੈਲ ਜਾਣਾ। ਇੱਥੇ ਕੀ ਹੈ ਫੈਲ ਰਹੀਆਂ ਨੇ ਇਹ, ਇੱਥੇ ਕੀ ਹੈ ਇਕੱਠੀਆਂ ਹੋ ਰਹੀਆਂ ਨੇ। ਠੀਕ ਹੈ। ਤਾਂ ਦੋ ਤਰ੍ਹਾਂ ਨਾਲ ਹੁੰਦੀਆਂ ਨੇ ਇਹ, ਇੱਕ ਥਾਵੇਂ ਕੰਪਰੈਸ਼ਨ ਹੁੰਦਾ, ਇੱਕ ਥਾਵੇਂ ਐਕਸਪੈਂਸ਼ਨ ਹੁੰਦਾ। ਐਕਸਪੈਂਸ਼ਨ ਮਤਲਬ ਫੈਲ ਜਾਣਾ, ਕੰਪਰੈਸ਼ਨ ਮਤਲਬ ਕਿ ਕੋਲੇ ਹੋ ਜਾਣਾ। ਠੀਕ ਹੈ। ਇਸ ਤਰ੍ਹਾਂ ਨਾਲ ਹੁਣ ਆਪਣੇ ਕੋਲੇ ਵੇਵਲੈਂਥ ਕੀ ਚੀਜ਼ ਹੈ ਜਿਹੜੀ ਇੱਥੇ ਡਿਫਾਈਨ ਕੀਤੀ ਗਈ ਆ। ਵੇਵਲੈਂਥ ਹੈਗੀ ਹੈ ਇੱਕ ਕੰਪਰੈਸ਼ਨ ਅਤੇ ਇੱਕ ਐਕਸਪੈਂਸ਼ਨ। ਠੀਕ ਹੈ। ਕੰਪਰੈਸ਼ਨ ਹੁੰਦਾ ਨਪੀੜਨ, ਇੱਕ ਨਪੀੜਨ ਅਤੇ ਇੱਕ ਨਿਖੇੜਨ ਦੇ ਵਿਚਕਾਰ ਵਾਲੀ ਜਿਹੜੀ ਦੂਰੀ ਆ ਉਹਨੂੰ ਆਪਾਂ ਕਹਿੰਦੇ ਹਾਂ ਵੇਵਲੈਂਥ। ਠੀਕ ਹੈ ਜੀ। ਇਹਨਾਂ ਦੋਨਾਂ ਦੇ ਵਿਚਕਾਰ ਜਿਹੜੀ ਦੂਰੀ ਆ ਉਹਨੂੰ ਕਹਿੰਦੇ ਆਪਾਂ ਵੇਵਲੈਂਥ। ਠੀਕ ਹੈ। ਹੁਣ ਇਹਦੇ ਵਿੱਚ ਜਿਹੜੇ ਇਹਦੇ ਕੰਨ ਨੇਗੇ ਉਹ ਕਿੱਧਰ ਨੂੰ ਜਾਣਗੇ? ਜਿੱਧਰ ਨੂੰ ਕੀ ਹੈ ਵੇਵ ਜਾ ਰਹੀ ਹੈ ਉੱਧਰ ਨੂੰ ਹੀ ਕੀ ਜਾਣਗੇ? ਕੰਨ ਜਾਣਗੇ। ਠੀਕ ਹੈ। ਬਿਲਕੁਲ ਉਸੇ ਦਿਸ਼ਾ ਦੇ ਵਿੱਚ ਜਾਣਗੇ ਕੰਨ ਜਿੱਧਰ ਨੂੰ ਕੀ ਹੈ ਵੇਵਜ਼ ਜਾ ਰਹੀਆਂ ਨੇ। ਠੀਕ ਹੈ। ਜਿੱਧਰ ਨੂੰ ਕੀ ਹੈ ਧੁਨੀ ਜਾ ਰਹੀ ਹੈ ਉੱਧਰ ਨੂੰ ਕੀ ਹੈ ਬਾਕੀ ਸਾਰੇ ਕੰਨ ਵੀ ਧੁਨੀ ਨੂੰ ਲੈ ਕੇ ਜਾਣਗੇ। ਜਿਵੇਂ ਇਹਦੇ ਵਿੱਚ ਲਿਖਿਆ ਹੈ ਪਾਰਟੀਕਲ ਆਕਸੀਲੇਟ ਇਨ ਦਾ ਡਾਇਰੈਕਸ਼ਨ ਪੈਰਲਰ ਟੂ ਦਾ ਵੇਵ ਪ੍ਰੋਪਾਗੇਸ਼ਨ। ਜਿੱਧਰ ਨੂੰ ਧੁਨੀ ਨੇ ਜਾਣਾ ਉਸ ਦੇ ਪੈਰਲਰ ਨੇ ਜਿਹੜੇ ਕੰਨ ਵੀ ਜਿਹੜਾ ਪ੍ਰੋਪਾਗੇਟ ਜਾਣਗੇ। ਠੀਕ ਹੈ। ਕੰਨ ਧੁਨੀ ਨੂੰ ਲੈ ਕੇ ਜਾਣਗੇ। ਟਰਾਂਸਵਰਸ ਦੇ ਵਿੱਚ ਕੀ ਹੁੰਦਾ ਹੈ, ਜਿਸ ਤਰ੍ਹਾਂ ਆਪਾਂ ਸਪਰਿੰਗ ਨੂੰ ਇਸ ਤਰ੍ਹਾਂ, ਜਿਸ ਤਰ੍ਹਾਂ ਆਪਾਂ ਰੱਸੀ ਬੰਨ੍ਹ ਲਈਏ ਉਹਨੂੰ ਐਵੇਂ ਘੁਮਾ ਦਈਏ। ਠੀਕ ਹੈ। ਜਿਵੇਂ ਆਪਾਂ ਰੱਸੀ ਫੜ ਕੇ ਉਹਨੂੰ ਆਪਣੇ ਹੱਥ ਨਾਲ ਦੂਸਰੇ ਹੱਥ ਨਾਲ ਉੱਪਰ ਨੀਚੇ ਕਰਨ ਲੱਗ ਜਾਂਦੇ ਹਾਂ ਤਾਂ ਇਸ ਤਰ੍ਹਾਂ ਬਣ ਜਾਂਦਾ ਆਪਣੇ ਕੋਲੇ, ਇੱਕ ਉੱਪਰ ਬਣ ਜਾਂਦੀ ਹੈ ਕੈਪ ਜੀ ਅਤੇ ਇੱਕ ਨੀਚੇ ਬਣ ਜਾਂਦੀ ਹੈ। ਠੀਕ ਹੈ। ਇਹੋ ਜਿਹੀਆਂ ਵੇਵਸ ਨੂੰ ਆਪਾਂ ਕਹਿੰਦੇ ਹਾਂ ਆਡੇ ਦਾ ਜਾਂ ਟਰਾਂਸਵਰਸ ਵੇਵ, ਜਿਹੜੇ ਕਿ ਆ 90 ਡਿਗਰੀ ਦਾ ਕੋਣ ਬਣਾਉਂਦੀਆਂ ਨੇ ਡਾਇਰੈਕਸ਼ਨ ਦੇ ਨਾਲ। ਠੀਕ ਹੈ। 90 ਡਿਗਰੀ ਦਾ ਕੋਣ ਬਣਾਉਂਦੀਆਂ ਨੇ, 90 ਡਿਗਰੀ ਦਾ ਕੋਣ ਬਣਾਉਂਦੀਆਂ ਨੇ ਡਾਇਰੈਕਸ਼ਨ ਦੇ ਨਾਲ, ਮਤਲਬ ਕਿ ਪਰਪੈਂਡੀਕੂਲਰ ਹੁੰਦੀਆਂ ਨੇ। ਡਾਇਰੈਕਸ਼ਨ ਆਫ ਪ੍ਰੋਪਾਗੇਸ਼ਨ ਕਿ ਜਿੱਧਰ ਨੂੰ ਜਿਹੜੀ ਧੁਨੀਆਂ ਜਾ ਰਹੀ ਆ ਉਹਦੇ ਕੀ ਹੈ ਲੰਬ ਰੂਪ ਦੇ ਵਿੱਚ ਨੇ। ਕਲੀਅਰ? ਠੀਕ ਹੈ। ਅਤੇ ਇਹਦੇ ਵਿੱਚ ਕੀ ਹੋਊਗਾ ਵੇਵਲੈਂਥ ਸੇਮ ਹੈ, ਇੱਕ ਕੰਪਰੈਸ਼ਨ ਅਤੇ ਇੱਕ ਰੇਅਰਫੈਕਸ਼ਨ ਦੇ ਵਿੱਚ ਜਿਹੜਾ ਡਿਸਟੈਂਸ ਆ ਉਹਨੂੰ ਕੀ ਬੋਲਦੇ ਹਾਂ ਆਪਾਂ? ਵੇਵਲੈਂਥ। ਕਲੀਅਰ ਹੈ ਜੀ। ਨੈਕਸਟ ਦੇਖੋ
ਇਹੀ ਚੀਜ਼ ਦੱਸੀ ਹੋਈ ਆਪਾਂ ਨੂੰ ਕਿ ਉਹ ਖੇਤਰ ਜਿੱਥੇ ਸਪਰਿੰਗ ਦੀਆਂ ਕੁੰਡਲੀਆਂ ਨੇੜੇ ਨੇੜੇ ਆ ਜਾਂਦੀਆਂ ਉਹਨੂੰ ਕੀ ਕਹਿੰਦੇ ਆਪਾਂ ਕੰਪਰੈਸ਼ਨ, ਕਿ ਬਿਲਕੁਲ ਕੀ ਆ ਨੇੜੇ ਨੇੜੇ ਆ ਗਈਆਂ। ਠੀਕ ਹੈ, ਇਸ ਤਰ੍ਹਾਂ ਨਾਲ ਇਹ ਕੀ ਹੈ ਕੰਪਰੈਸ਼ਨ। ਅਤੇ ਜਿੱਥੇ ਦੂਰ ਦੂਰ ਹੋ ਜਾਂਦੀਆਂ ਉਹਨੂੰ ਕਹਿੰਦੇ ਆਪਾਂ ਰੀਅਰ ਫਰੈਕਸ਼ਨ, ਯਾਨੀ ਕਿ ਇਸ ਤਰ੍ਹਾਂ ਹੋ ਗਈਆਂ, ਦੂਰ ਦੂਰ ਹੋ ਗਈਆਂ। ਠੀਕ ਹੈ, ਜਦੋਂ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਜੇ ਨਿਖੇੜਾਂਗੇ ਤਾਂ ਵਿਰਲਾ ਹੋ ਜਾਊਗਾ, ਖੁੱਲ੍ਹਾ ਖੁੱਲ੍ਹਾ ਹੋ ਜਾਊਗਾ। ਠੀਕ ਹੈ, ਅਤੇ ਅੱਗੇ ਅੱਗੇ ਚੀਜ਼ ਜਾਈ ਜਾਊਗੀ। ਇਸੇ ਤਰ੍ਹਾਂ ਨਾਲ ਧੁਨੀ ਦਾ ਸੰਚਾਰ ਹੁੰਦਾ। ਇਹਨੂੰ ਆਪਾਂ ਲੰਬੇਦਾਰ ਨਾਲ ਵੀ ਕਹਿ ਸਕਦੇ ਹਾਂ ਜਾਂ ਲੌਂਗੀਟਿਊਡਨਲ ਤਰੰਗਾਂ ਨਾਲ ਵੀ ਕਹਿ ਸਕਦੇ ਹਾਂ। ਠੀਕ ਹੈ, ਜਿਹੜੇ ਕੰਨ ਨੇ ਅੱਗੇ ਅੱਗੇ ਧੁਨੀ ਨੂੰ ਸਪਲਾਈ ਕਰਦੇ ਆ। ਤਾਂ ਹੁਣ ਆਪਣੇ ਕੋਲ ਲੌਂਗੀਟਿਊਡਨਲ ਤਰੰਗਾਂ ਹੁੰਦੀਆਂ ਕੀ ਨੇਗੀਆਂ, ਜਿਹੜਾ ਆਪਣੇ ਬਲਿਊ ਨਾਲ ਲਿਖਿਆ ਹੋਇਆ ਗਾ ਇੰਪੋਰਟੈਂਟ ਹੈ। ਇਹਦੇ ਵਿੱਚ ਕੀ ਦੱਸਿਆ ਆਪਾਂ ਨੂੰ ਕਿ ਮਾਧਿਅਮ ਦੇ ਕੰਨ ਇੱਕ ਤੋਂ ਦੂਜੀ ਥਾਂ ਗਤੀ ਨਹੀਂ ਕਰਦੇ, ਪਰੰਤੂ ਆਪਣੀ ਵਿਰਾਮ ਅਵਸਥਾ ਦੇ ਅੱਗੇ ਪਿੱਛੇ ਹਿਲਜੁਲ ਕਰਦੇ ਨੇ। ਜਿਵੇਂ ਕਿ ਇਹ ਇੱਥੇ ਨੇਗੇ ਕੰਨ, ਆਪਾਂ ਪਹਿਲਾਂ ਵੀ ਪੜ੍ਹਿਆ ਕਿ ਇਹ ਇੱਥੇ ਹੀ ਹਿਲਜੁਲ ਕਰੀ ਜਾਣਗੇ। ਹਿਲਜੁਲ ਕਿਉਂ ਕਰਦੇ ਨੇ? ਕਿਉਂਕਿ ਜਿਹੜੀ ਧੁਨੀ ਇਹਨਾਂ ਨੇ ਲਈ ਹੈ ਇਹ ਅਗਲੇ ਨੂੰ ਦੇ ਦੇਣ, ਇਹ ਅੱਗੇ ਵਾਲੇ ਨੂੰ ਦੇ ਦੇਣ, ਇਸ ਤਰ੍ਹਾਂ ਹਿਲਜੁਲ ਕਰਦੇ ਨੇ ਇਹ। ਠੀਕ ਹੈ, ਤਾਂ ਇਸੇ ਤਰ੍ਹਾਂ ਧੁਨੀ ਤਰੰਗਾਂ ਨੂੰ ਲੰਬੇ ਦਾ ਜਾਂ ਲੌਂਗੀਟਿਊਡਨਲ ਤਰੰਗਾਂ ਕਿਹਾ ਜਾਂਦਾ। ਜਿਹੜੀਆਂ ਤਰੰਗਾਂ ਇਸ ਤਰ੍ਹਾਂ ਨਾਲ ਜਾ ਰਹੀਆਂ ਨੇ ਇਹਨਾਂ ਨੂੰ ਹੀ ਆਪਾਂ ਕੀ ਕਹਿੰਦੇ ਹਾਂ, ਲੰਬੇ ਦਾ ਤਰੰਗਾਂ। ਠੀਕ ਹੈ, ਜਿਵੇਂ ਹੁਣ ਇਹ ਲੰਬੇ ਦਾ ਵਾਲੀਆਂ ਤਰੰਗਾਂ ਸੀਗੀਆਂ, ਇਸੇ ਤਰ੍ਹਾਂ ਨਾਲ ਇੱਕ ਹੋਰ ਤਰੰਗਾਂ ਵੀ ਹੁੰਦੀਆਂ ਨੇ ਜਿਹਨੂੰ ਆਪਾਂ ਕਹਿੰਦੇ ਹਾਂ ਟਰਾਂਸਵਰਸ ਜਾਂ ਆਡੇ ਦਾ। ਠੀਕ ਹੈ, ਜਿਹੜੀਆਂ ਆਪਾਂ ਉੱਪਰ ਪੜ੍ਹ ਕੇ ਗਏ ਹਾਂ, ਜਿਹੜੇ ਕਿ ਲੰਬ ਰੂਪ ਦੇ ਵਿੱਚ ਹੁੰਦੀਆਂ ਨੇ। ਠੀਕ ਹੈ, ਵਿਰਾਮ ਅਵਸਥਾ ਦੇ ਵਿੱਚ ਵੀ ਹੁੰਦੀਆਂ ਨੇ, ਪਰ 90 ਡਿਗਰੀ ਦਾ ਕੋਣ ਬਣਾਉਂਦੀਆਂ ਨੇ, ਲੰਬ ਰੂਪ ਦੇ ਵਿੱਚ ਹੁੰਦੀਆਂ ਨੇ। ਦੇਖੋ ਆਪਾਂ ਪੜ੍ਹਦੇ ਹਾਂ ਕਿ ਆਡੇ ਦਾ ਟਰਾਂਸਵਰਸ ਤਰੰਗਾਂ ਵਿੱਚ ਮਾਧਿਅਮ ਦੇ ਕੰਨ ਤਰੰਗ ਸੰਚਾਰ ਦੀ ਦਿਸ਼ਾ ਵਿੱਚ ਗਤੀ ਨਹੀਂ ਕਰਦੇ, ਪਰ ਉਹਦੇ ਕੀ ਹੈ ਲੰਬ ਰੂਪ ਦੇ ਵਿੱਚ ਗਤੀ ਕਰਦੇ ਆ। ਕਲੀਅਰ ਹੋ ਗਈ ਗੱਲ ਕਿ ਜਿਵੇਂ ਇਹ ਦਿਸ਼ਾ ਗਈ, ਠੀਕ ਹੈ, ਤਾਂ ਇੱਧਰ ਨੂੰ ਜਾਣਗੇ, ਇੱਧਰ ਨੂੰ ਐਕਟ ਕਰਨਗੇ ਵੀ ਐਵੇਂ ਐਵੇਂ। ਠੀਕ ਹੈ, ਇਸ ਤਰ੍ਹਾਂ ਨਾਲ ਆਡੇ ਦਾ ਉਹੀ ਲਿਖਿਆ ਹੈ ਵਾਰ-ਵਾਰ ਕਿ ਮੂਲ ਅਵਸਥਾ ਦੇ ਤਰੰਗ ਦੇ ਸੰਚਾਰ ਦੀ ਦਿਸ਼ਾ ਦੇ ਲੰਬਮਈ ਯਾਨੀ ਕਿ ਇਸ ਤਰ੍ਹਾਂ ਨਾਲ ਗਤੀ ਕਰਨਗੇ। ਠੀਕ ਹੈ, ਪ੍ਰਕਾਸ਼ ਵੀ ਆਡੇ, ਜਿਹੜੀ ਪ੍ਰਕਾਸ਼ ਆਪਣੇ ਤੱਕ ਲਾਈਟ ਆਉਂਦੀ ਹੈ ਨਾ ਉਹ ਵੀ ਕੀ ਹੈ ਇਸੇ ਤਰ੍ਹਾਂ ਨਾਲ ਹੀ ਆਉਂਦੀ ਹੈ। ਠੀਕ ਹੈ, ਅਤੇ ਇਹਨੂੰ ਆਪਾਂ ਕੀ ਕਹਿੰਦੇ ਹਾਂ, ਜਿਹੜੀ ਇਸ ਤਰ੍ਹਾਂ ਨਾਲ ਆਉਂਦੀ ਹੈ ਇਹਨੂੰ ਕੀ ਕਹਿੰਦੇ ਆਕਸੀਲੇਸ਼ਨਸ, ਯਾਨੀ ਕਿ ਡੋਲਣ। ਠੀਕ ਹੈ, ਮਾਧਿਅਮ ਦੇ ਕਣਾਂ ਜਾਂ ਉਹਨਾਂ ਦੇ ਦਬਾਅ ਜਾਂ ਘਣਤਾ 'ਤੇ ਨਿਰਭਰ ਨਹੀਂ ਹੁੰਦੇ। ਜਿਹੜੀ ਆਕਸੀਲੇਸ਼ਨਸ ਨੇ ਇਹ ਕੀ ਹੈ ਪ੍ਰੈਸ਼ਰ ਜਾਂ ਡੈਂਸਿਟੀ 'ਤੇ ਡਿਪੈਂਡ ਨਹੀਂ ਕਰਦੇ, ਘਣਤਾ ਜਾਂ ਦਬਾਅ 'ਤੇ ਨਿਰਭਰ ਨਹੀਂ ਕਰਦੀਆਂ, ਇਹ ਇਸੇ ਤਰ੍ਹਾਂ ਨਾਲ ਹੀ ਚੱਲਦੀਆਂ ਨੇ। ਠੀਕ ਹੈ, ਇਹਦੇ ਬਾਰੇ ਆਪਾਂ ਹੋਰ ਡਿਟੇਲ ਦੇ ਵਿੱਚ ਅੱਗੇ ਦੇਖਾਂਗੇ ਜਦੋਂ ਆਪਾਂ ਕੀ ਹੈ ਵੇਵਲੈਂਥ ਦੇ ਬਾਰੇ ਪੜ੍ਹਾਂਗੇ। ਠੀਕ ਹੈ, ਆਪਾਂ ਨੂੰ ਹੁਣ ਇੱਥੇ ਯਾਦ ਰੱਖਣਾ ਕਿ ਪ੍ਰਕਾਸ਼ ਤਰੰਗਾਂ ਨੇ ਜਿਹੜੀਆਂ ਉਹ ਕੀ ਹੈ ਜਾਂਤਰਿਕ ਨਹੀਂ ਹੁੰਦੀਆਂ, ਕੀ ਹੁੰਦੀਆਂ ਨੇ ਟਰਾਂਸਵਰਸ ਹੁੰਦੀਆਂ ਨੇ। ਟਰਾਂਸਵਰਸ ਮਤਲਬ ਕਿ ਆਡੇ ਦਾ ਆਉਂਦੀਆਂ ਨੇ, ਪ੍ਰਕਾਸ਼ ਦੀਆਂ ਤਰੰਗਾਂ ਆਪਣੇ ਕੋਲ ਇਸ ਤਰ੍ਹਾਂ ਨਾਲ ਆਉਂਦੀਆਂ ਨੇ। ਠੀਕ ਹੈ, ਜਿਹੜਾ ਇਹ ਉੱਪਰ ਬਣਦਾ ਕਰਸਟ ਟਰਫ ਐਵੇਂ ਬਣਦੇ ਆ, ਜਿਹੜਾ ਕਿ ਆਪਾਂ ਨੈਕਸਟ ਵੀਡੀਓ ਦੇ ਵਿੱਚ ਅੱਗੇ ਡਿਟੇਲ ਦੇ ਵਿੱਚ ਦੇਖਾਂਗੇ। ਠੀਕ ਹੈ, ਅੱਜ ਲਈ ਆਪਾਂ ਇੰਨਾ ਹੀ ਪੜ੍ਹਾਂਗੇ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ, ਸਾਰਾ ਸਮਝ ਆਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਠੀਕ ਹੈ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ, ਹਰੇਕ ਅਪਡੇਟ ਵੀਡੀਓ ਦੀ ਮਿਲਦੀ ਰਹੇ ਤੁਹਾਨੂੰ। ਠੀਕ ਹੈ, ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਰਿਆ ਕਰੋ, ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਮਝ ਆ ਰਿਹਾ ਜਾਂ ਨਹੀਂ ਸਮਝ ਆ ਰਿਹਾ, ਜਾਂ ਤੁਹਾਡਾ ਕੋਈ ਸੁਜੈਸ਼ਨ ਆ ਤੁਸੀਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਥੈਂਕ ਯੂ।